ਬੱਚਿਓ, ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਆਪਾਂ 10ਵੀਂ ਜਮਾਤ ਦਾ 8ਵਾਂ ਪਾਠ ਖੇਤੀ ਆਧਾਰਿਤ ਉਦਯੋਗਿਕ ਧੰਦੇ ਪੜ੍ਹਨ ਜਾ ਰਹੇ ਹਾਂ। ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਦਾ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਤੁਹਾਨੂੰ ਸਮੇਂ ਸਿਰ ਮਿਲ ਸਕਣ। ਬੱਚੇ, ਨੌਕਰੀਆਂ ਦੀ ਸੀਮਤ ਗਿਣਤੀ ਹੋਣ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਇਸ ਦਾ ਸਭ ਤੋਂ ਸੁਖਾਲਾ ਹੱਲ ਇਹ ਹੈ ਕਿ ਹਰ ਵਿਦਿਆਰਥੀ ਪੜ੍ਹਾਈ ਦੇ ਨਾਲ ਕਿਸੇ ਵੀ ਉਦਯੋਗਿਕ ਧੰਦੇ ਸੰਬੰਧੀ ਅਜਿਹੀ ਸਮਰੱਥਾ ਵਿਕਸਿਤ ਕਰੇ ਤਾਂ ਜੋ ਉਸ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਰੁਜ਼ਗਾਰ ਦੀ ਭਾਲ ਨਾ ਕਰਨੀ ਪਵੇ। ਖੇਤੀਬਾੜੀ ਵਿਸ਼ੇ ਅਧੀਨ ਖੇਤੀਬਾੜੀ ਸੰਬੰਧੀ ਆਮ ਗਿਆਨ ਦੇ ਨਾਲ ਖੇਤੀਬਾੜੀ ਆਧਾਰਿਤ ਉਦਯੋਗਿਕ ਧੰਦਿਆਂ ਬਾਰੇ ਤਕਨੀਕੀ ਗਿਆਨ ਦੇਣ ਦੇ ਨਾਲ ਉਸ ਨੂੰ ਸ਼ੁਰੂ ਕਰਨ ਲਈ ਸਰਕਾਰ ਅਤੇ ਹੋਰ ਅਦਾਰਿਆਂ ਵੱਲੋਂ ਵਿੱਤੀ ਸਹਾਇਤਾ ਦੇਣ ਸੰਬੰਧੀ ਪ੍ਰਾਪਤ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਹੈ। ਸਰਕਾਰ ਦੁਆਰਾ ਅਨੇਕਾਂ ਉਦਯੋਗ ਧੰਦੇ ਸ਼ੁਰੂ ਕਰਨ ਲਈ ਸਸਤੀਆਂ ਵਿਆਜ ਦਰਾਂ 'ਤੇ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਵਿੱਤੀ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਨੇ। ਇਹ ਸਹੂਲਤਾਂ ਪ੍ਰਾਪਤ ਕਰਕੇ ਨੌਜਵਾਨ ਆਪਣੀ ਰੁਚੀ ਅਨੁਸਾਰ ਕੋਈ ਵੀ ਧੰਦਾ ਸ਼ੁਰੂ ਕਰ ਸਕਦੇ ਹਨ ਅਤੇ ਸਮਾਜ ਵਿੱਚੋਂ ਬੇਰੁਜ਼ਗਾਰੀ ਖਤਮ ਕਰ ਸਕਦੇ ਹਨ। ਸਾਡੇ ਦੇਸ਼ ਵਿੱਚ ਭੰਡਾਰਨ ਅਤੇ ਪ੍ਰੋਸੈਸਿੰਗ ਦੇ ਵਧੀਆ ਸਾਧਨਾਂ ਦੀ ਕਮੀ ਹੋਣ ਕਰਕੇ ਕਟਾਈ ਉਪਰੰਤ ਫਸਲਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਦਾਣਿਆਂ ਵਿੱਚ ਕਟਾਈ ਉਪਰੰਤ ਨੁਕਸਾਨ ਲਗਭਗ 10% ਹੈ, ਜਦਕਿ ਫਲਾਂ ਸਬਜ਼ੀਆਂ ਵਿੱਚ ਇਹ ਨੁਕਸਾਨ 30 ਤੋਂ 40% ਦੇ ਕਰੀਬ ਹੈ, ਜੋ ਕਿ ਬਹੁਤ ਵੱਡਾ ਖੇਤੀ ਨਾਲ ਸੰਬੰਧਿਤ ਵਿਅਕਤੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਖੇਤੀ ਆਮਦਨ ਵਧਾਉਣ ਲਈ ਕਟਾਈ ਉਪਰੰਤ ਹੋ ਰਹੇ ਨੁਕਸਾਨ ਨੂੰ ਘਟਾਉਣ ਲਈ ਖੇਤੀ ਜਿਨਸਾਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ। ਇਸ ਵੇਲੇ ਖੇਤੀ ਵਿਭਿੰਨਤਾ ਵੱਲ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨ ਨਵੀਆਂ ਫਸਲਾਂ ਜਿਵੇਂ ਕਿ ਮਿਰਚਾਂ, ਹਲਦੀ ਆਦਿ ਬੀਜ ਰਹੇ ਹਨ। ਫਿਰ ਗਾਹਕ ਤੱਕ ਇਹਨਾਂ ਫਸਲਾਂ ਨੂੰ ਪਹੁੰਚਾਉਣ ਤੋਂ ਪਹਿਲਾਂ ਪ੍ਰੋਸੈਸਿੰਗ ਕਰਨੀ ਬਹੁਤ ਜ਼ਰੂਰੀ ਹੈ। ਰਵਾਇਤੀ ਫਸਲਾਂ ਦੇ ਨਾਲ ਇਹਨਾਂ ਫਸਲਾਂ ਦੇ ਛੋਟੇ ਜਾਂ ਕਿਸਾਨੀ ਪੱਧਰ 'ਤੇ ਪ੍ਰੋਸੈਸਿੰਗ ਅੱਜ ਸਮੇਂ ਦੀ ਲੋੜ ਹੈ। ਛੋਟੇ ਪੱਧਰ 'ਤੇ ਪ੍ਰੋਸੈਸਿੰਗ ਕਰਨ ਨਾਲ ਜਿੱਥੇ ਸਾਡੇ ਪੇਂਡੂ ਖੇਤਰਾਂ ਵਿੱਚ ਉੱਚੇ ਮਿਆਰ ਵਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਮਿਲਣਗੀਆਂ, ਉੱਥੇ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਕਿਸਾਨਾਂ ਦੀ ਆਮਦਨ ਵਧੇਗੀ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦਾ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ ਅਤੇ ਪਛੜੇ ਖੇਤਰ ਦੀ ਉੱਨਤੀ ਹੋਵੇਗੀ। ਭਾਵੇਂ ਦਿਨੋਂ ਦਿਨ ਖੇਤੀਯੋਗ ਜ਼ਮੀਨ ਘਟ ਰਹੀ ਹੈ, ਪਰ ਫਿਰ ਵੀ ਨੌਜਵਾਨ ਕਈ ਤਰ੍ਹਾਂ ਦੇ ਖੇਤੀ ਆਧਾਰਿਤ ਕੰਮ ਧੰਦੇ ਸ਼ੁਰੂ ਕਰਕੇ ਆਪਣੀ ਆਮਦਨ ਬਰਕਰਾਰ ਰੱਖ ਸਕਦੇ ਹਨ ਅਤੇ ਉਹਨਾਂ ਨੂੰ ਬਾਹਰ ਜਾ ਕੇ ਧੱਕੇ ਖਾਣ ਦੀ ਲੋੜ ਵੀ ਨਹੀਂ ਪਵੇਗੀ। ਜਿਵੇਂ ਕਿ ਮੁਰਗੀ ਪਾਲਣ, ਡੇਅਰੀ ਦਾ ਧੰਦਾ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਖੁੰਬਾਂ ਉਗਾਉਣਾ ਅਤੇ ਛੋਟੇ ਪੱਧਰ 'ਤੇ ਐਗਰੋ ਪ੍ਰੋਸੈਸਿੰਗ ਕਰਨਾ ਆਦਿ। ਇਹ ਸਭ ਕੰਮ ਸਫਲ ਹੋ ਸਕਦੇ ਹਨ ਜੋ ਇਹਨਾਂ ਦੀ ਮਾਰਕੀਟਿੰਗ ਕਿਸਾਨ ਆਪ ਕਰੇ। ਅਜਿਹੇ ਕੁਝ ਪਿੰਡ ਪੱਧਰ 'ਤੇ ਸ਼ੁਰੂ ਕੀਤੇ ਜਾ ਸਕਣ ਵਾਲੇ ਖੇਤੀ ਆਧਾਰਿਤ ਉਦਯੋਗਿਕ ਧੰਦਿਆਂ ਦਾ ਵੇਰਵਾ ਇਸ ਪਾਠ ਵਿੱਚ ਵਿਸਤਾਰਪੂਰਵਕ ਦਿੱਤਾ ਗਿਆ ਹੈ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਰਾ ਪਾਠ ਧਿਆਨ ਨਾਲ ਸੁਣੋ ਬੱਚੋ। ਸਭ ਤੋਂ ਪਹਿਲਾਂ ਐਗਰੋ ਪ੍ਰੋਸੈਸਿੰਗ ਕੰਪਲੈਕਸਿਸ, ਇਹਦੇ ਵਿੱਚ ਕੀ ਆਪਾਂ ਕਰ ਸਕਦੇ ਹਾਂ? ਮਿੰਨੀ ਚਾਵਲ ਮਿਲ, ਆਟਾ ਚੱਕੀ, ਤੇਲ ਕੱਢਣ ਵਾਲਾ ਕੋਲੂ, ਗ੍ਰਾਈਂਡਰ, ਪੇਂਜਾ, ਦਾਲਾਂ ਦਾ ਕਲੀਨਰ ਗ੍ਰਾਈਂਡਰ ਅਤੇ ਮਿੰਨੀ ਦਾਲ ਮਿਲ। ਫਿਰ ਛੋਟੀ ਫੀਡ ਮਿਲ। ਸਭ ਤੋਂ ਪਹਿਲਾਂ ਫਿਰ ਅੱਗੇ ਹਲਦੀ ਪ੍ਰੋਸੈਸਿੰਗ ਪਲਾਂਟ, ਮੈਂਥੇ ਦੀ ਪ੍ਰੋਸੈਸਿੰਗ ਯੂਨਿਟ, ਗੁੜ ਸ਼ੱਕਰ ਆਦਿ ਬਣਾਉਣਾ, ਜਿੱਦਾਂ ਗੁਲਾੜੀ ਜਾਂ ਵੇਲਣਾ ਲਾਇਆ ਜਾਂਦਾ, ਆਮ ਤੌਰ ਪਿੰਡਾਂ 'ਚ ਤੁਸੀਂ ਵੇਲਣੇ ਵੇਖੇ ਹੋਗੇ। ਸਬਜ਼ੀਆਂ ਨੂੰ ਸੁਕਾਉਣ ਅਤੇ ਪੈਕ ਕਰਨ ਆਦਿ। ਫਿਰ ਫਲ ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ। ਸਭ ਤੋਂ ਪਹਿਲਾਂ ਆਪਾਂ ਐਗਰੋ ਪ੍ਰੋਸੈਸਿੰਗ ਕੰਪਲੈਕਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਦਾਣਿਆਂ ਦੀ ਪ੍ਰੋਸੈਸਿੰਗ ਕਰਨ ਵਾਸਤੇ ਛੋਟੇ ਪੱਧਰ 'ਤੇ ਖੇਤੀ ਆਧਾਰਿਤ ਕਾਰਖਾਨੇ ਜਾਂ ਐਗਰੋ ਪ੍ਰੋਸੈਸਿੰਗ ਕੰਪਲੈਕਸ ਪੰਜਾਬ ਵਿੱਚ ਕਾਫੀ ਸਫਲ ਹੋ ਰਹੇ ਹਨ।
ਇਹਨਾਂ ਕਾਰਖਾਨਿਆਂ ਵਿੱਚ ਛੋਟੀਆਂ ਮਸ਼ੀਨਾਂ ਜਿਵੇਂ ਕਿ ਮਿੰਨੀ ਚਾਵਲ ਮਿਲ, ਛੋਟਾ ਆਟਾ ਚੱਕੀ, ਛੋਟੀ ਤੇਲ ਕੱਢਣ ਵਾਲੀ ਮਸ਼ੀਨ ਅਤੇ ਗ੍ਰਾਈਂਡਰ, ਦਾਲ ਮਿਲ, ਪੇਂਜਾ ਅਤੇ ਫੀਡ ਮਿਲ ਆਦਿ ਲਗਾਏ ਜਾ ਸਕਦੇ ਹਨ ਅਤੇ ਚਾਵਲ, ਕਣਕ, ਤੇਲ, ਬੀਜਾਂ, ਮਸਾਲਿਆਂ, ਦਾਲਾਂ ਅਤੇ ਕਪਾਹ ਆਦਿ ਦੀ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ। ਆ ਜਿਹੜੇ ਫੋਟੋ ਤੁਸੀਂ ਵੇਖ ਰਹੇ ਹੋ ਬੱਚਾ, ਆ ਇੱਕ ਛੋਟਾ ਜਿਹਾ ਯੂਨਿਟ ਆ ਦਾਲ ਪ੍ਰੋਸੈਸਿੰਗ ਲਗਾਉਣ ਵਾਸਤੇ। ਇੰਨੀ ਕੁ ਮਸ਼ੀਨ ਜਿਹੜੀ ਕਿਤੇ ਵੀ ਲਗਾ ਕੇ ਆਪਾਂ ਦਾਲਾਂ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ, ਉਹਦੀ ਸਾਫ਼ ਸਫਾਈ ਕਰਕੇ, ਉਹਦੀ ਪੈਕਿੰਗ ਕਰਕੇ ਵਧੀਆ ਭਾਅ ਦੇ ਆਪਾਂ ਵੇਚ ਸਕਦੇ ਹਾਂ। ਫਿਰ ਇਹਨਾਂ ਕਾਰਖਾਨਿਆਂ 'ਚ ਲੱਗੀਆਂ ਮਸ਼ੀਨਾਂ ਦਾ ਖਰਚਾ 5 ਤੋਂ 20 ਲੱਖ ਰੁਪਏ ਆ ਸਕਦਾ ਹੈ। ਕਾਰਖਾਨੇ ਲਗਾਉਣ ਵਾਲਾ ਵੱਡਾ ਉਦਮੀ 10,000 ਤੋਂ ਲੈ ਕੇ 50,000 ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਹੈ ਅਤੇ 2 ਤੋਂ 6 ਹੋਰ ਬੰਦਿਆਂ ਦਾ ਰੁਜ਼ਗਾਰ ਵੀ ਦੇ ਸਕਦਾ ਹੈ। ਇਸ ਤਰ੍ਹਾਂ ਕਾਰਖਾਨੇ ਪਿੰਡਾਂ ਵਿੱਚ ਕਮਾਈ ਦੇ ਵਧੀਆ ਸਾਧਨਾਂ ਅਤੇ ਮਿਆਰੀ ਖਾਣ ਵਾਲੀ ਚੀਜ਼ਾਂ ਪੇਂਡੂ ਪੱਧਰ ਤੋਂ ਪ੍ਰਾਪਤ ਹੋ ਸਕਦੀਆਂ ਹਨ। ਫਿਰ ਹਲਦੀ ਪ੍ਰੋਸੈਸਿੰਗ ਪਲਾਂਟ। ਹਲਦੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਮਸਾਲਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਹਲਦੀ ਦੀ ਵਰਤੋਂ ਕੜੀ, ਤਰੀ, ਕਈ ਤਰ੍ਹਾਂ ਦੀ ਸਬਜ਼ੀਆਂ ਆਦਿ ਸਵਾਦ, ਸੁਗੰਧ ਅਤੇ ਵਧੀਆ ਰੰਗ ਦੇਣ ਲਈ ਕੀਤੀ ਜਾਂਦੀ ਹੈ। ਸਨਅਤੀ ਮੁਲਕਾਂ ਵਿੱਚ ਹਲਦੀ ਦੀ ਵਰਤੋਂ ਵੱਡੇ ਪੱਧਰ 'ਤੇ ਭੋਜਨ ਅਤੇ ਚਟਨੀਆਂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਦੀ ਵਰਤੋਂ ਦਵਾਈਆਂ, ਸਰੀਰਕ ਸੁੰਦਰਤਾ ਦੇ ਸਮਾਨ ਅਤੇ ਸੂਤੀ ਕੱਪੜਿਆਂ ਦੇ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਫਸਲ ਨੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦਾ ਧਿਆਨ ਖਿੱਚਿਆ ਹੈ। ਉਹ ਇਸ ਦੀ ਪੈਦਾਵਾਰ ਦੇ ਨਾਲ ਨਾਲ ਛੋਟੇ ਪੱਧਰ 'ਤੇ ਪ੍ਰੋਸੈਸਿੰਗ ਕੰਮ ਵੀ ਕਰ ਰਹੇ ਹਨ। ਪ੍ਰੋਸੈਸਿੰਗ ਕਰਨ ਲਈ ਸਭ ਤੋਂ ਪਹਿਲਾਂ ਤਾਜ਼ੀ ਹਲਦੀ ਦੀਆਂ ਗੰਢੀਆਂ ਨੂੰ ਧੋਇਆ ਜਾਂਦਾ ਹੈ ਤਾਂ ਕਿ ਲੱਗੀ ਹੋਈ ਮਿੱਟੀ ਆਦਿ ਨੂੰ ਦੂਰ ਕੀਤਾ ਜਾ ਸਕੇ। ਇਸ ਕੰਮ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਹਲਦੀ ਨੂੰ ਧੋਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ। ਆ ਜਿਹੜੀ ਫੋਟੋ ਤੁਸੀਂ ਵੇਖ ਰਹੇ ਹੋ, ਇਸ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ। ਇਹ ਮਸ਼ੀਨ 1 ਘੰਟੇ ਵਿੱਚ 2.5 ਤੋਂ 30 ਕੁਇੰਟਲ ਹਲਦੀ ਧੋ ਦਿੰਦੀ ਹੈ। ਧੋਣ ਦੇ ਬਾਅਦ ਹਲਦੀ ਨੂੰ ਉਬਾਲਿਆ ਜਾਂਦਾ ਹੈ ਤਾਂ ਕਿ ਗੰਢੀਆਂ ਪੋਲੀਆਂ ਹੋ ਜਾਣ ਅਤੇ ਉਹਨਾਂ ਦਾ ਰੰਗ ਇਕਸਾਰ ਹੋ ਸਕੇ। ਖੁੱਲ੍ਹੇ ਭਾਂਡੇ ਵਿੱਚ 100 ਡਿਗਰੀ ਸੈਂਟੀਗ੍ਰੇਡ 'ਤੇ ਉਬਾਲਣ 'ਤੇ ਲਗਭਗ 1 ਘੰਟਾ ਲੱਗ ਜਾਂਦਾ ਹੈ। ਜੇ ਇਸ ਨੂੰ ਵੱਡੇ ਪ੍ਰੈਸ਼ਰ ਕੁੱਕਰ ਵਿੱਚ ਉਬਾਲਿਆ ਜਾਵੇ ਤਾਂ ਇਹ ਕੰਮ 20 ਮਿੰਟ ਵਿੱਚ ਵੀ ਪੂਰਾ ਹੋ ਸਕਦਾ ਹੈ। ਉਬਾਲਣ ਤੋਂ ਬਾਅਦ ਹਲਦੀ ਨੂੰ ਧੁੱਪ 'ਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ 10 ਤੋਂ ਥੱਲੇ ਆ ਜਾਵੇ। ਚੰਗੀ ਧੁੱਪ 'ਚ ਸੁੱਕਣ ਲਈ ਲਗਭਗ 15 ਦਿਨ ਲੱਗ ਜਾਂਦੇ ਹਨ। ਉਸ ਤੋਂ ਬਾਅਦ ਉੱਪਰਲੀ ਭੂਰੀ ਸਤ੍ਹਾ ਨੂੰ ਲਾਹੁਣ ਵਾਸਤੇ ਹਲਦੀ ਨੂੰ ਪਾਲਿਸ਼ ਕੀਤਾ ਜਾਂਦਾ ਹੈ। ਉੱਪਰ ਜ਼ਿਕਰ ਕੀਤੀ ਮਸ਼ੀਨ ਨੂੰ ਵੀ ਹਲਦੀ ਪਾਲਿਸ਼ ਕਰਨ ਲਈ ਵਰਤਿਆ ਜਾ ਸਕਦਾ ਹੈ। ਪਾਲਿਸ਼ ਕਰਨ ਤੋਂ ਬਾਅਦ ਹਲਦੀ ਨੂੰ ਗ੍ਰਾਈਂਡਰ, ਮਿਲ ਜਾਂ ਚੱਕੀ ਵਿੱਚ ਪਾ ਕੇ ਪੀਸ ਲਿਆ ਜਾਂਦਾ ਹੈ। ਇਸ ਤਰ੍ਹਾਂ 100 ਕਿਲੋ ਤਾਜ਼ੀ ਹਲਦੀ ਵਿੱਚ ਲਗਭਗ 15 ਤੋਂ 20 ਕਿਲੋ ਹਲਦੀ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ। ਫਿਰ ਮੈਂਥੇ ਦਾ ਪ੍ਰੋਸੈਸਿੰਗ ਯੂਨਿਟ। ਕਿਸਾਨ ਮੈਂਥੇ ਵਿੱਚੋਂ ਤੇਲ ਕੱਢਣ ਵਾਸਤੇ ਮੈਂਥਾ ਪ੍ਰੋਸੈਸਿੰਗ ਪਲਾਂਟ ਲਗਾ ਸਕਦੇ ਹਨ। ਸਭ ਤੋਂ ਪਹਿਲਾਂ ਮੈਂਥੇ ਦੀ ਫਸਲ ਨੂੰ ਖੁੱਲ੍ਹੇ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਨਮੀ ਦੀ ਮਾਤਰਾ ਥੋੜ੍ਹੀ ਘੱਟ ਜਾਵੇ। ਇਸ ਤੋਂ ਬਾਅਦ ਪੱਤਿਆਂ ਨੂੰ ਹਵਾਬੰਦ ਟੈਂਕਾਂ 'ਚ ਪਾਇਆ ਜਾਂਦਾ ਹੈ ਜਿੱਥੇ ਦਬਾਅ ਰਾਹੀਂ ਭਾਫ਼ ਅੰਦਰ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਤੇਲ ਅਤੇ ਭਾਫ਼ ਦੇ ਕਣਾਂ ਨੂੰ ਇੱਕਦਮ ਠੰਡਾ ਕੀਤਾ ਜਾਂਦਾ ਹੈ। ਪਾਣੀ ਅਤੇ ਤੇਲ ਨੂੰ ਮਿਸ਼ਰਣ ਨੂੰ ਇੱਕ ਟੈਂਕ ਵਿੱਚ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਸਪਰੇਟਰ ਆਖਦੇ ਹਨ। ਤੇਲ ਹਲਕਾ ਹੋਣ ਕਰਕੇ ਉੱਪਰ ਤੈਰਦਾ ਹੈ। ਇਸ ਨੂੰ ਉੱਪਰੋਂ ਨਿਤਾਰ ਲਿਆ ਜਾਂਦਾ ਹੈ ਅਤੇ ਪਲਾਸਟਿਕ ਦੇ ਬਰਤਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ। ਤੇਲ ਕੱਢਣ ਤੋਂ ਬਾਅਦ ਬਚੇ ਮੈਂਥੇ ਦੇ ਪੱਤੇ ਸੁਕਾ ਕੇ ਬਾਲਣ ਲਈ ਵਰਤੇ ਜਾਂਦੇ ਹਨ। ਪਲਾਂਟ ਵਿੱਚ ਜਿੱਥੇ ਕਿਸਾਨ ਆਪਣੀ ਫਸਲ ਤੋਂ ਇਲਾਵਾ ਦੂਜੇ ਕਿਸਾਨਾਂ ਦੀ ਫਸਲ ਦੀ ਪ੍ਰੋਸੈਸਿੰਗ ਵੀ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਧਾ ਸਕਦੇ ਹਨ। ਮੈਂਥੇ ਦੇ ਤੇਲ ਨੂੰ ਦਵਾਈਆਂ, ਇਤਰ, ਸ਼ਿੰਗਾਰ ਦਾ ਸਮਾਨ ਆਦਿ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਪੰਜਾਬ ਦੇ ਮੈਂਥਾ ਪੈਦਾ ਕਰਨ ਵਾਲੇ ਇਲਾਕਿਆਂ ਦੇ ਨੇੜੇ ਪੇਂਡੂ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਕਾਰਖਾਨੇ ਦੇਖੇ ਜਾ ਸਕਦੇ ਹਨ। ਆ ਬੱਚੋ, ਪੂਰਾ ਚਿੱਤਰ ਰਾਹੀਂ ਤੁਹਾਨੂੰ ਸਮਝਾਇਆ ਗਿਆ। ਜਿੱਦਾਂ ਪਹਿਲਾਂ ਫੋਟੋ ਜਿਹੜੀ ਉਹਦੇ 'ਚ ਖੇਤੀ ਹੋ ਰਹੀ ਹੈ, ਹੁਣ ਕਟਾਈ ਚੱਲ ਰਹੀ ਹੈ ਉਹਦੇ 'ਚ। ਉਹ ਤੋਂ ਬਾਅਦ ਇਹਨੂੰ ਕੱਟ ਕੇ ਜਿਹੜਾ ਸੁੱਕਣ ਵਾਸਤੇ ਖੇਤਾਂ 'ਚ ਪਾਇਆ ਗਿਆ, ਫਿਰ ਵੱਡੇ ਡਰਮ 'ਚ ਪਾਇਆ ਜਾ ਰਿਹਾ ਪਤਨ ਤਾਂ ਕਿ ਉਹਨਾਂ ਦੀ ਨਮੀ ਘਟਾਈ ਜਾ ਸਕੇ। ਫਿਰ ਆ ਅੱਗੇ ਪ੍ਰੋਸੈਸਿੰਗ ਪਲਾਂਟ ਲੱਗਾ। ਇਸ ਤਰ੍ਹਾਂ ਅੱਜ ਪਿਕਚਰ 'ਚ ਵਿਖਾਇਆ ਤੁਹਾਨੂੰ ਪਾਣੀ ਦਾ ਟੈਂਕ ਨਾਲ ਕਿੱਦਾਂ ਉਹਨੂੰ ਥੱਲੇ ਸੇਕ ਦੇ ਕੇ ਤੇਲ ਨੂੰ ਵੱਖਰਾ ਕਰ ਲਿਆ ਜਾਂਦਾ। ਜਿਹੜਾ ਕੋ ਤੇਲ ਉੱਤੇ ਆ ਜਾਂਦਾ ਭਾਰਾ ਹੋਣ ਕਰਕੇ। ਫਿਰ ਗੁੜ, ਸ਼ੱਕਰ ਆਦਿ ਬਣਾਉਣਾ। ਵੇਲਣਾ ਜਿਹੜਾ ਵੱਡੀਆਂ ਖੰਡ ਮਿੱਲਾਂ ਲੱਗਣ ਦੇ ਬਾਵਜੂਦ ਵੀ ਅਜੇ ਵੀ ਗੰਨੇ ਦਾ ਕਾਫੀ ਹਿੱਸਾ ਗੁੜ, ਸ਼ੱਕਰ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ।
ਗੰਨੇ ਦੀ ਪ੍ਰੋਸੈਸਿੰਗ ਵੀ ਪਿੰਡ ਪੱਧਰ 'ਤੇ ਕੀਤੀ ਜਾ ਸਕਦੀ। ਇਸ ਕੰਮ ਲਈ ਕਿਸਾਨ ਖੇਤ ਵਿੱਚ ਹੀ ਵੇਲਣਾ ਲਗਾ ਕੇ ਗੰਨਾ ਪੀੜ ਸਕਦੇ ਹਨ ਅਤੇ ਰਸ ਵਿੱਚੋਂ ਪਾਣੀ ਕੱਢ ਕੇ ਗੁੜ, ਸ਼ੱਕਰ ਆਦਿ ਬਣਾ ਸਕਦੇ ਹਨ। 1 ਕੁਇੰਟਲ ਗੰਨੇ ਵਿੱਚੋਂ ਲਗਭਗ 10 ਤੋਂ 12 ਕਿਲੋ ਗੁੜ ਤਿਆਰ ਹੋ ਜਾਂਦਾ ਹੈ। ਆਹ ਵੇਲਣੇ ਦੀ ਫੋਟੋ ਬੱਚੋ, ਆਪਾਂ ਕਿਸੇ ਖੇਤ 'ਚ ਲਾ ਕੇ ਖਾਲੀ ਜਗ੍ਹਾ 'ਤੇ ਗੰਨੇ ਨੂੰ ਪੀੜ ਕੇ ਉਹਦਾ ਰਸ ਕੱਢ ਕੇ ਇਸ ਤਰ੍ਹਾਂ ਕੇ ਕੜਾਹੀਆਂ ਵਿੱਚ ਆਪਾਂ ਗੁੜ ਬਣਾ ਸਕਦੇ ਹਾਂ, ਜਿਹਦਾ ਕਿ ਬਾਜ਼ਾਰ 'ਚ ਗੰਨੇ ਨਾਲੋਂ ਜ਼ਿਆਦਾ ਮੁੱਲ ਮਿਲ ਜਾਂਦਾ ਹੈ। 1 ਕੁਇੰਟਲ ਗੰਨੇ 'ਚੋਂ ਆਪਾਂ 10 ਤੋਂ 12 ਕਿਲੋ ਗੁੜ ਤਿਆਰ ਕਰ ਸਕਦੇ ਹਨ। ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ, ਇਹ ਜਿਹੜੀ ਮਸ਼ੀਨ ਹੈ, ਇਸ ਤਰ੍ਹਾਂ ਦੀ ਮਸ਼ੀਨ, ਇਹਦੇ ਵਿੱਚ ਆਪਾਂ ਸਬਜ਼ੀਆਂ ਸੁਕਾ ਸਕਦੇ ਹਾਂ। ਕੁਝ ਹੋਰ ਖੇਤੀ ਵਸਤਾਂ ਜਿਵੇਂ ਕਿ ਮੇਥੇ, ਧਨੀਆ, ਮਿਰਚਾਂ, ਲਸਣ ਅਤੇ ਹੋਰ ਅਨੇਕਾਂ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਬੂਟੇ, ਜਿਨ੍ਹਾਂ ਨੂੰ ਧੁੱਪ 'ਚ ਸੁਕਾ ਕੇ ਅਤੇ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਪੈਕਟ ਬਣਾ ਕੇ ਵੇਚਿਆ ਜਾ ਸਕਦਾ ਹੈ। ਇਹਨਾਂ ਨੂੰ ਸੁਕਾਉਣ ਲਈ ਸੂਰਜੀ ਡਰਾਇਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਕੁਝ ਅਗਾਂਹਵਧੂ ਕਿਸਾਨ ਜਾਂ ਕਿਸਾਨ ਸਬਜ਼ੀਆਂ ਸੁਕਾਉਣ ਦੇ ਲਈ ਵਿੱਤੀ ਸੰਸਥਾਵਾਂ ਇਹ ਕੰਮ ਕਾਮਯਾਬੀ ਨਾਲ ਚਲਾ ਰਹੇ ਹਨ। ਫਿਰ ਫਲ ਸਬਜ਼ੀਆਂ ਦੇ ਡਾਈਹਾਈਡਰੇਸ਼ਨ ਅਤੇ ਫਰੀਜ਼ਿੰਗ ਪਲਾਂਟ। ਬੱਚੋ, ਫਲਾਂ ਅਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਲਈ ਡੀਹਾਈਡਰੇਸ਼ਨ ਪਲਾਂਟ ਅਤੇ ਫਰੀਜ਼ਿੰਗ ਪਲਾਂਟ ਆਦਿ ਲਗਾਏ ਜਾ ਸਕਦੇ ਹਨ, ਪਰ ਇਹਨਾਂ ਇਕਾਈਆਂ ਨੂੰ ਲਗਾਉਣ ਵਾਸਤੇ ਭਾਰੀ ਸਰਮਾਏ ਲਗਭਗ 30 ਲੱਖ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਦੀ ਲੋੜ ਪੈਂਦੀ ਹੈ। ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਕਿ ਬਲਾਂਚਰ, ਫਲ ਸਬਜ਼ੀਆਂ ਧੋਣ ਵਾਲੀ ਮਸ਼ੀਨ, ਡਾਈਹਾਈਡਰੇਟਰ, ਸਲਾਈਸਰ, ਪ੍ਰੀਕੂਲਰ ਅਤੇ ਫਰੀਜ਼ਿੰਗ ਯੂਨਿਟ ਆਦਿ ਹੁੰਦੀਆਂ ਹਨ। ਇਹਨਾਂ ਮਸ਼ੀਨਾਂ ਨੂੰ ਚਲਾਉਣ ਲਈ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਇਹ ਬਿਹਤਰ ਹੋਵੇਗਾ ਜੇ ਕਾਰਖਾਨੇ ਕਿਸਾਨੀ ਪੱਧਰ 'ਤੇ ਨਾ ਲਗਾ ਕੇ ਸਹਿਕਾਰੀ ਪੱਧਰ 'ਤੇ ਜਾਂ ਕਿਸਾਨਾਂ ਦੇ ਗਰੁੱਪ ਵੱਲੋਂ ਲਗਾਏ ਜਾਣ। ਇੱਕ ਪਲਾਂਟ ਕਈ ਪਿੰਡਾਂ ਦੀ ਲੋੜ ਪੂਰੀ ਕਰ ਸਕਦਾ ਹੈ। ਇੱਥੇ ਕਿਸਾਨ ਆਪਣੀ ਪੈਦਾਵਾਰ ਲਿਆ ਕੇ ਉਸ ਨੂੰ ਸੈਂਸ ਕਰਵਾ ਕੇ ਮੰਡੀਕਰਨ ਲਈ ਲਿਜਾ ਸਕਦਾ ਹੈ। ਜਦੋਂ ਕਿਸਾਨ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਪ੍ਰੋਸੈਸਿੰਗ ਕਰਨ ਨਾਲ ਉਸ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ, ਤਾਂ ਉਹ ਆਪਣੇ ਪੱਧਰ 'ਤੇ ਵੀ ਪਲਾਂਟ ਲਗਾਉਣ ਬਾਰੇ ਸੋਚ ਸਕਦਾ ਹੈ। ਕੁਝ ਖਾਸ ਫਸਲਾਂ ਜਿਵੇਂ ਕਿ ਹਲਦੀ, ਮਿਰਚਾਂ ਆਦਿ ਦੀ ਪ੍ਰੋਸੈਸਿੰਗ ਆਪਣੇ ਪੱਧਰ 'ਤੇ ਵੀ ਕਰ ਸਕਦਾ ਹੈ। ਪ੍ਰੋਸੈਸਿੰਗ ਦੌਰਾਨ ਹੋਣ ਵਾਲੇ ਕੁਝ ਕੰਮ ਹੱਥੀਂ ਅਤੇ ਕੁਝ ਕੰਮ ਮਸ਼ੀਨਾਂ ਨਾਲ ਕਰਵਾਏ ਜਾ ਸਕਦੇ ਨੇ। ਇਸ ਤਰ੍ਹਾਂ ਕਰਨ ਨਾਲ ਸ਼ੁਰੂਆਤੀ ਖਰਚੇ ਘੱਟ ਸਕਦੇ ਹਨ। ਫਿਰ ਇਹ ਸਭ ਕੰਮ ਅਲੱਗ ਤੌਰ 'ਤੇ ਜਾਂ ਖੇਤੀਬਾੜੀ ਧੰਦੇ ਦੇ ਨਾਲ ਵੀ ਸ਼ੁਰੂ ਕੀਤੇ ਜਾ ਸਕਦੇ ਨੇ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੁੱਢਲੀ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ। ਕੰਮ ਜ਼ਰੂਰ ਪਹਿਲਾਂ ਸਿੱਖ ਲੈਣਾ ਚਾਹੀਦਾ, ਫਿਰ ਹੀ ਉਸ ਕੰਮ ਨੂੰ ਹੱਥ ਪਾਉਣਾ ਚਾਹੀਦਾ। ਉਹਦੀ ਮਾਰਕੀਟ ਵੈਲਿਊ ਕਿੰਨੀ, ਉਹਦਾ ਖਰਚਾ ਕਿੰਨਾ, ਇਹ ਸਭ ਦੀ ਪਲੈਨਿੰਗ ਕਰ ਲੈਣੀ ਚਾਹੀਦੀ ਪਹਿਲਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਤਰ੍ਹਾਂ ਦੀ ਸਿਖਲਾਈ ਦੇਣ ਲਈ ਇੱਕ ਮਹੱਤਵਪੂਰਨ ਸੰਸਥਾ ਹੈ। ਇਸ ਯੂਨੀਵਰਸਿਟੀ ਵਿੱਚ ਸਾਲ ਦੇ ਵੱਖ-ਵੱਖ ਸਮਿਆਂ 'ਤੇ ਲੱਗਣ ਵਾਲੇ ਸਿਖਲਾਈ ਕੋਰਸਾਂ ਦੀ ਪੂਰੀ ਸੂਚੀ ਲਈ ਜਾ ਸਕਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈ, ਜਿਹੜੀ ਮੈਂ ਪਹਿਲੇ ਪਾਠਾਂ 'ਚ ਤੁਹਾਨੂੰ ਭੇਜ ਚੁੱਕਾ। ਉਸ ਵੈਬਸਾਈਟ ਤੋਂ ਤੁਸੀਂ ਇਹਨਾਂ ਕੋਰਸਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ, ਜੋ ਹਰ ਮਹੀਨੇ ਦੇ ਮਾਸਿਕ ਪੱਤਰ ਇਹਨਾਂ ਵੱਲੋਂ ਇੱਕ ਮੈਗਜ਼ੀਨ ਕੱਢਿਆ ਜਾਂਦਾ, ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਵੀ ਕੁਝ ਕੁ ਖੇਤੀ ਆਧਾਰਿਤ ਧੰਦਿਆਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਖੇਤੀ ਆਧਾਰਿਤ ਛੋਟੇ ਪੈਮਾਨੇ ਦੇ ਕਾਰਖਾਨੇ ਲਗਾ ਕੇ ਪਿੰਡਾਂ ਵਿੱਚੋਂ ਬੇਰੁਜ਼ਗਾਰੀ ਨੂੰ ਬਹੁਤ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਖੇਤੀ ਜਿਨਸਾਂ ਦੀ ਪ੍ਰੋਸੈਸਿੰਗ ਕਰਕੇ ਜ਼ਿਆਦਾ ਕੀਮਤ ਪਾਈ ਜਾ ਸਕਦੀ ਹੈ। ਪਿੰਡਾਂ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਤਾਂ ਅਜਿਹੇ ਮੌਕਿਆਂ ਦਾ ਲਾਹਾ ਲੈਣਾ ਚਾਹੀਦਾ ਹੈ। ਸੋ ਬੱਚਿਓ, ਇਹ ਸੀ ਤੁਹਾਡੇ ਜਮਾਤ ਦਾ 8ਵਾਂ ਪਾਠ। ਇਸ ਦੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਬਟਨ ਦੱਬੋ, ਤਾਂ ਜੋ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਜਦੋਂ ਅਪਲੋਡ ਹੋਣ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਧੰਨਵਾਦ।